सत श्री अकाल जी। स्टोरीज़ क्लासिक विच स्वागत है। दोस्तों, उम्मीद है तुसी सारे ठीक ठाक होवोगे। परमात्मा तुहानू चढ़दी कला च रखे। हाज़र होए हैं अज एक बार फिर नवीं कहानी दे नाल। उम्मीद है तुसी कहानी नू बेहद पसंद करोगे अते अगे भी लाइक शेयर जरूर करोगे। दोस्तों, शुरू करते हाँ आपां अज दी कहानी। सुरेश जी की पत्नी की मौत 2 साल पहला हो गई सी। उदों तो ही वो अपनी जिंदगी विच बहुत इकल्ला हो गया सी। सुरेश जी की जिंदगी बहुत ही वधिया लंघ रही सी, पर एक दिन इहो जिहा तूफान आया कि उसकी पत्नी शीला राणी जी नूं उड़ा के लै गया, क्योंकि उसनूं कैंसर जही भैड़ी बीमारी ने घेर लिया सी। बहुत इलाज करवाया पर वो ठीक ना होई अते उसकी मौत हो गई। सुरेश जी दे एक बेटा ते बेटी सी अते उन्हां दोहां दा विआह हो चुक्या सी। अज सुरेश जी बहुत ही उदास जिहे बैठे हुए सन, क्योंकि अज दे दिन उसकी पत्नी की मौत होई सी। उसदियां अखां विच हंझू सन अते उसने अपने हत्थ विच अपनी पत्नी शीला राणी जी की तस्वीर फड़ी हुई सी ते वो सोच रहा सी कि वो जीवे जां मरे, इस नाल किसे नूं कोई फर्क नहीं पैंदा। वो अपनी पत्नी की फोटो नूं सीने नाल लगा के उच्ची उच्ची रो रहा सी। उदों ही बाहर तो बहू दे रौला पाउण दी आवाज़ आई तां सुरेश जी ने अपनी पत्नी की फोटो नूं अलमारी विच लुको के रख दिता। नीशा अपने पति सतीश नूं कह रही सी, बुला के लियाओ अपने पिता नूं, पता है ना अज की है। सतीश तुरंत ही अपने पापा दे कमरे विच आया ते गुस्से भरी आवाज़ विच बोलिया, ਇਹ की रोज़ दा रोना धोना लगा रखिया है पापा, पूरे घर विच मातम फैला रखिया है। तुहानू पता है ना कि अज तुहाडे बेटे ते नूंह दी सालगिरह है ते तुहानू मैं रात नूं ही दस दिता सी कि सवेरे सवेरे सालगिरह दीयां तैयारियां भी करनियां हन ते वो सारियां तैयारियां तुसी करोगे। निशा अज कोई भी काम नहीं करेगी। कल दी पार्टी लई ब्यूटी पार्लर विच पूरे 25,000 रुपए खर्च करके आई है। तुसी की चाहुंदे हो? चलो जल्दी नाल तैयारी करनी है। ਤਾਂ सुरेश जी ने अपने बेटे ਨੂੰ कहा कि बेटा ਤੈਨੂੰ पता है ना, अज दे दिन ही तेरी माँ भी आपां ਨੂੰ ਛੱਡ के चली गई सी। ਅੱਜ उसकी बरसी ਦੇ मौके ਤੇ ਵਿਆਹ ਦੀ ਸਾਲਗਿਰਹ ਕਿਵੇਂ ਮਨਾ ਸਕਦੇ ਹਾਂ। ਤੇਰੀ ਮਾਂ ਦੀ ਬਹੁਤ ਇੱਛਾ ਸੀ ਕਿ ਉਸਦੀ ਬਰਸੀ ਉੱਤੇ ਕੁਝ ਗਰੀਬਾਂ ਨੂੰ ਦਾਨ ਦਿੱਤਾ ਜਾਵੇ ਤੇ ਇਹ ਸਭ ਕਰਨ ਨਾਲ ਉਸਦੀ ਆਤਮਾ ਨੂੰ ਸ਼ਾਂਤੀ ਮਿਲੇਗੀ। बेटा सालगिरह ਤਾਂ ਆਪਾਂ ਫਿਰ ਵੀ ਕਦੇ ਮਨਾ ਸਕਦੇ ਹਾਂ। ਪਾਪਾ ਤੁਸੀਂ ਇਹ ਫालतू ਦੀਆਂ ਗੱਲਾਂ ਨਾ ਕਰੋ। ਮੇਰੇ ਕੋਲ ਇੰਨੇ ਪੈਸੇ ਨਹੀਂ ਹਨ ਕਿ ਮੈਂ ਗਰੀਬਾਂ ਨੂੰ ਦਾਨ ਦਿੰਦਾ ਫਿਰਾਂ। ਤੁਸੀਂ ਘਰ ਵਿੱਚ ਪੈਸਿਆਂ ਦਾ ਦਰਖਤ ਨਹੀਂ ਲਗਾਇਆ। ਜਦੋਂ ਜਿਉਂਦੀ ਸੀ ਉਦੋਂ ਵੀ ਚੈਨ ਨਾਲ ਜਿਉਣ ਨਹੀਂ ਦਿੱਤਾ ਅਤੇ ਹੁਣ ਮਰਨ ਤੋਂ ਬਾਅਦ ਵੀ ਸ਼ਾਂਤੀ ਨਹੀਂ ਹੈ। ਇੰਨੇ ਨੂੰ ਬਹੂ ਪੈਰ ਮਾਰਦੀ ਹੋਈ ਆਈ ਤੇ ਕਹਿਣ ਲੱਗੀ ਕਿ ਪਾਪਾ ਜੀ ਤੁਸੀਂ ਕੀ ਚਾਹੁੰਦੇ ਹੋ ਕਿ ਜਿਹੜਾ ਇਨਸਾਨ ਮਰ ਗਿਆ ਹੈ ਉਸ ਦੇ ਲਈ ਆਪਣੇ ਵਿਆਹ ਦੀ ਸਾਲਗਿਰਹ ਨੂੰ ਮਨਾਉਣਾ ਛੱਡ ਦਈਏ। ਮੈਂ ਕਿਹਾ ਸੀ ਕਿ ਮਰੇ ਹੋਏ ਇਨਸਾਨ ਦਾ ਕੀ ਕਰਨਾ। ਕੰਨ ਖੋਲ ਕੇ ਸੁਣ ਲਓ ਪਾਪਾ ਜੀ, ਮੇਰੀ ਸਾਲਗਿਰਹ ਉੱਤੇ ਕਿਸੇ ਦੇ ਮਰਨ ਦਾ ਮਾਤਮ ਨਹੀਂ ਮਨਾਇਆ ਜਾਵੇਗਾ। ਚੁੱਪ ਕਰਕੇ ਪਾਰਟੀ ਦੀ ਤਿਆਰੀ ਕਰੋ। ਤੇ ਇੰਨਾ ਕਹਿ ਕੇ ਦੋਵੇਂ ਪੁੱਤ ਅਤੇ ਨੂੰਹ ਉੱਥੋਂ ਚਲੇ ਗਏ। ਉਹਨਾਂ ਦੇ ਜਾਣ ਤੋਂ ਬਾਅਦ ਸੁਰੇਸ਼ ਜੀ ਆਪਣੀ ਪਤਨੀ ਦੀ ਫੋਟੋ ਨੂੰ ਸੀਨੇ ਨਾਲ ਲਗਾ ਕੇ ਬਹੁਤ ਜ਼ਿਆਦਾ ਰੋਏ ਅਤੇ ਉਹਨੇ ਕਿਹਾ, ਤੂੰ ਮੈਨੂੰ ਮਾफ़ ਕਰ ਦੇਵੀਂ शीला, मैं तेरी इच्छा पूरी नहीं कर सकांगा। कुछ देर बाद सुरेश जी ने अपने आप ਨੂੰ ਸੰਭਾਲਿਆ ਤੇ ਸਾਲਗਿਰਹ ਦੀਆਂ ਤਿਆਰੀਆਂ ਕਰਨ ਲੱਗੇ। ਰਾਤ ਨੂੰ ਮਾਤਮ ਦੀ ਜਗ੍ਹਾ ਪਾਰਟੀ ਹੋ ਰਹੀ ਸੀ। ਕੁਝ ਦੇਰ ਬਾਅਦ ਲੋਕ ਵੀ ਆਉਣ ਲੱਗ ਪਏ। ਇਹ ਸਾਰੇ ਹੀ ਸਤੀਸ਼ ਦੇ ਦੋਸਤ ਸਨ। ਬਾਕੀ ਜੋ ਮੁਹੱਲੇ ਦੇ ਲੋਕ ਅਤੇ ਉਹਨਾਂ ਦੇ ਰਿਸ਼ਤੇਦਾਰ ਸਨ, ਉਹ ਸੁਰੇਸ਼ ਜੀ ਦੇ ਘਰ ਵੱਲ ਬੜੀ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਸਨ ਕਿ ਇਹ ਕਿਸ ਤਰ੍ਹਾਂ ਦਾ ਮਾਤਮ ਮਨਾਇਆ ਜਾ ਰਿਹਾ ਹੈ। ਇੱਥੇ ਪਾਠ ਪੂਜਾ ਦੀ ਜਗ੍ਹਾ ਡੀਜੇ ਉੱਤੇ ਗਾਣਿਆਂ ਦੀਆਂ ਆਵਾਜ਼ਾਂ ਸੁਣਾਈ ਪੈ ਰਹੀਆਂ ਸੀ, ਪਰ ਆਪਣੀ ਮਸਤੀ ਵਿੱਚ ਚੂਰ ਹੋਏ ਬਹੂ ਬੇਟੇ ਨੂੰ ਹੋਰ ਕਿਸੇ ਦੀ ਨਹੀਂ ਪਈ ਸੀ। ਸਾਰੀਆਂ ਤਿਆਰੀਆਂ ਕਰਨ ਦੇ ਬਾਅਦ ਸੁਰੇਸ਼ ਜੀ ਆਪਣੇ ਕਮਰੇ ਦੇ ਵਿੱਚ ਇਕੱਲੇ ਹੀ ਪਤਨੀ ਦੀ ਫੋਟੋ ਸਾਹਮਣੇ ਰੱਖ ਕੇ ਛੋਟੀ ਜਿਹੀ ਪੂਜਾ ਕਰਕੇ ਆਪਣੀ ਪਤਨੀ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰ ਰਹੇ ਸੀ ਕਿ ਇੰਨੇ ਨੂੰ ਬਹੂ ਆਈ ਤੇ ਉਸਨੇ ਕਿਹਾ, ਪਾਪਾ ਜੀ ਤੁਹਾਨੂੰ ਕਿਸ ਨੇ ਕਿਹਾ ਸੀ ਇੱਥੇ ਬੈਠਣ ਨੂੰ? ਉੱਧਰ ਬਾਹਰ ਮਹਿਮਾਨਾਂ ਦੀ ਦੇਖ ਰੇਖ ਕੌਣ ਕਰੇਗਾ? ਉਹਨਾਂ ਦੇ ਨਾਲ ਛੋਟੇ ਬੱਚੇ ਵੀ ਹਨ। ਜੇ ਉਹਨਾਂ ਨੂੰ ਦੇਖ ਰੇਖ ਦੀ ਜ਼ਰੂਰਤ ਹੋਵੇਗੀ ਤਾਂ ਕੌਣ ਕਰੇਗਾ? ਤਾਂ ਸੁਰੇਸ਼ ਜੀ ਭਿੱਜੀਆਂ ਹੋਈਆਂ ਅੱਖਾਂ ਨਾਲ ਬੋਲੇ, ਬੇਟਾ ਕੀ ਹੁਣ ਮੈਂ ਦੂਜਿਆਂ ਦੇ ਬੱਚਿਆਂ ਦੀ ਵੀ ਦੇਖਭਾਲ ਕਰਾਂ? ਮੰਨਿਆ ਕਿ ਬੱਚੇ ਰੱਬ ਦਾ ਰੂਪ ਹੁੰਦੇ ਹਨ। ਬਹੂ ਤੂੰ ਤਾਂ ਮੈਨੂੰ ਨੌਕਰ ਬਣਾ ਦਿੱਤਾ। ਘੱਟ ਤੋਂ ਘੱਟ ਮੈਨੂੰ ਹੀ ਮੇਰੀ ਪਤਨੀ ਲਈ ਪੂਜਾ ਕਰਨ ਦੇ ਦਿਓ। ਤਾਂ ਨੀਸ਼ਾ ਬਹੁਤ ਗੁੱਸੇ ਵਿੱਚ ਬੋਲੀ, ਮੈਂ ਉਸ ਬੁੱਢੀ ਦਾ ਨਾਮ ਸੁਣ ਸੁਣ ਕੇ ਅੱਕ ਚੁੱਕੀ ਹਾਂ। ਵਿਚਾਰਾ ਸੁਰੇਸ਼ ਜੀ ਰੋ ਧੋ ਕੇ ਕਮਰੇ ਤੋਂ ਬਾਹਰ ਆਇਆ ਅਤੇ ਬੱਚਿਆਂ ਦੀ ਦੇਖ ਰੇਖ ਕਰਨ ਲੱਗਿਆ। ਜਦੋਂ ਪਾਰਟੀ ਖਤਮ ਹੋਈ ਤਾਂ ਨੀਸ਼ਾ ਆਪਣੇ ਪਤੀ ਨੂੰ ਲੈ ਕੇ ਸੁਰੇਸ਼ ਜੀ ਦੇ ਕਮਰੇ ਵਿੱਚ ਗਈ
ਅਤੇ ਉਸਨੇ ਆਪਣੇ ਪਤੀ ਨੂੰ ਕਿਹਾ ਕਿ 4 ਦਿਨਾਂ ਬਾਅਦ ਸ਼ਿਵਰਾਤਰੀ ਦੀ ਪੂਜਾ ਹੈ। ਜੇ ਉਸ ਦਿਨ ਵੀ ਇਹ ਬੁੱਢੇ ਨੇ ਕੁਝ ਕਿਹਾ ਤਾਂ ਮੈਂ ਬਰਦਾਸ਼ਤ ਨਹੀਂ ਕਰੂੰਗੀ। ਮੈਂ ਭੁੱਲ ਜਾਊਂਗੀ ਕਿ ਇਹ ਮੇਰਾ ਸਹੁਰਾ ਹੈ। ਮੈਂ ਘਰੋਂ ਬਾਹਰ ਕੱਢ ਦੇਵਾਂਗੀ। ਮੈਨੂੰ ਕੋਈ ਨਹੀਂ ਰੋਕ ਸਕੇਗਾ। ਇਹ ਗੱਲ ਮੈਂ ਪਹਿਲਾਂ ਹੀ ਕਹਿ ਦਿੰਨੀ ਆ। ਤਾਂ ਨੀਸ਼ਾ ਦੇ ਪਤੀ ਨੇ ਕਿਹਾ ਕਿ ਤੂੰ ਕੀ ਚਾਹੁੰਦੀ ਹੈ ਕਿ ਮੈਂ ਪਾਪਾ ਨੂੰ ਸਮਝਾਉਣ ਜਾਵਾਂ? ਘੱਟ ਤੋਂ ਘੱਟ ਪਾਪਾ ਨੂੰ ਤਾਂ ਤੂੰ ਸੰਭਾਲ ਸਕਦੀ ਹੈ। ਕਹਿੰਦੇ ਹਨ ਕੋਈ ਵੀ ਆਦਮੀ ਕਿੰਨਾ ਵੱਡਾ ਮਰਜ਼ੀ ਕਿਉਂ ਨਾ ਬਣ ਜਾਵੇ, ਪਰ ਪਤਨੀ ਦੇ ਸਾਹਮਣੇ ਸਭ ਦੀ ਬੋਲਤੀ ਬੰਦ ਹੋ ਜਾਂਦੀ ਹੈ। ਦੇਖ ਲੈ ਤੇਰੇ ਪੇਕਿਆਂ ਵਾਲੇ ਆ ਰਹੇ ਆ। ਜੇ ਤੂੰ ਉਹਨਾਂ ਦੇ ਸਾਹਮਣੇ ਆਪਣੀ ਇੱਜ਼ਤ ਬਚਾਉਣੀ ਹੈ ਤਾਂ ਪਾਪਾ ਜੀ ਨੂੰ ਚੰਗੀ ਤਰ੍ਹਾਂ ਸਮਝਾਉਣਾ ਅਤੇ ਪਲੀਜ਼ ਮੈਨੂੰ ਇਹਨਾਂ ਸਭ ਗੱਲਾਂ ਤੋਂ ਦੂਰ ਰੱਖੀ, ਕਿਉਂਕਿ ਬਾਹਰ ਦੀਆਂ ਪਰੇਸ਼ਾਨੀਆਂ ਕਿਹੜਾ ਘੱਟ ਹੁੰਦੀਆਂ ਨੇ, ਜੋ ਘਰ ਦੀਆਂ ਪਰੇਸ਼ਾਨੀਆਂ ਵੀ ਮੈਂ ਹੀ ਸੰਭਾਲਾਂ। ਇਹਨਾਂ ਕਹਿ ਕੇ ਸਤੀਸ਼ ਆਪਣੇ ਕੰਮ ਤੇ ਚਲਾ ਗਿਆ। ਸਤੀਸ਼ ਦੇ ਜਾਂਦਿਆਂ ਹੀ ਨੀਸ਼ਾ ਮੂੰਹ ਵਿੱਚ ਬੁੜਬੁੜਾਉਣ ਲੱਗੀ, ਹੁਣ ਮੈਂ ਇਸ ਬੁੱਢੇ ਨੂੰ ਚੰਗੀ ਤਰ੍ਹਾਂ ਸਮਝਾ ਦੇਵਾਂਗੀ। ਮੇਰੀ ਤਾਂ ਮਜਬੂਰੀ ਆ ਜੋ ਮੈਂ ਉਸਨੂੰ ਆਪਣੇ ਨਾਲ ਰੱਖ ਰਹੀ ਹਾਂ। ਜੇਕਰ ਸ਼ਿਵਰਾਤਰੀ ਦੀ ਪੂਜਾ ਖਰਾਬ ਹੋਈ ਤਾਂ ਮੈਨੂੰ ਇਸ ਦੇ ਲਈ ਕੁਝ ਸੋਚਣਾ ਹੀ ਪਵੇਗਾ, ਪਰ ਫਿਲਹਾਲ ਪਿਆਰ ਨਾਲ ਹੀ ਕੰਮ ਚਲਾਉਣਾ ਹੋਵੇਗਾ। ਇਹ ਸੋਚਦੀ ਹੋਈ ਨੀਸ਼ਾ ਆਪਣੇ ਸਹੁਰੇ ਦੇ ਕਮਰੇ ਵਿੱਚ ਚਲੀ ਗਈ ਅਤੇ ਕਿਹਾ ਕਿ ਪਾਪਾ ਜੀ, ਤੁਸੀਂ ਜਾਣਦੇ ਹੋ ਕਿ ਅੱਜ ਤੋਂ 4 ਦਿਨਾਂ ਬਾਅਦ ਸ਼ਿਵਰਾਤਰੀ ਦੀ ਪੂਜਾ ਹੈ ਤੇ ਉਸੇ ਦਿਨ ਸਾਡੇ ਬੇਟੇ ਦਾ ਪਹਿਲਾ ਬਰਥਡੇ ਵੀ ਹੈ। ਮੈਂ ਨਹੀਂ ਚਾਹੁੰਦੀ ਕਿ ਉਸ ਦਿਨ ਫਿਰ ਤੋਂ ਕੋਈ ਰੌਲਾ ਪਵੇ, ਇਸ ਲਈ ਉਸ ਦਿਨ ਤੁਸੀਂ ਆਪਣੇ ਕਮਰੇ ਵਿੱਚ ਹੀ ਰਹਿਣਾ। ਮੈਂ ਤੁਹਾਨੂੰ ਮਨਾ ਤਾਂ ਕਰ ਰਹੀ ਹਾਂ, ਪਰ ਮੈਨੂੰ ਪਤਾ ਹੀ ਹੈ ਕਿ ਤੁਸੀਂ ਮੇਰੀ ਕਿੰਨੀ ਕੁ ਸੁਣਦੇ ਹੋ। ਮੈਨੂੰ ਯਕੀਨ ਹੈ ਕਿ ਤੁਸੀਂ ਫਿਰ ਵੀ ਇੱਧਰ ਉੱਧਰ ਜ਼ਰੂਰ ਘੁੰਮੋਗੇ। ਫਿਰ ਅੱਗੇ ਜੋ ਹੋਵੇਗਾ ਉਸ ਦੇ ਲਈ ਵੀ ਤੁਸੀਂ ਤਿਆਰ ਰਹਿਣਾ। ਇੰਨਾ ਕਹਿ ਕੇ ਨੀਸ਼ਾ ਚਲੀ ਗਈ। ਸੁਰੇਸ਼ ਜੀ ਸੋਚਣ ਲੱਗੇ, ਮੇਰੇ ਬੱਚੇ ਮੈਨੂੰ ਮਜਬੂਰੀ ਵਿੱਚ ਆਪਣੇ ਨਾਲ ਰੱਖਦੇ ਆ। ਇਹਨਾਂ ਨੂੰ ਬੱਚੇ ਦੀ ਬਰਥਡੇ ਪਾਰਟੀ ਸ਼ਿਵਰਾਤਰੀ ਅਤੇ ਮਹਿਮਾਨਾਂ ਦੀ ਪਈ ਹੈ, ਆਪਣੇ ਪਿਓ ਦੀ ਨਹੀਂ। ਘਰ ਵਿੱਚ ਬਣ ਰਹੇ ਪਕਵਾਨਾਂ ਦੀ ਖੁਸ਼ਬੂ ਸਾਰੇ ਘਰ ਵਿੱਚ ਫੈਲ ਰਹੀ ਸੀ। ਸਭ ਦੇ ਹਾਸੇ ਠੱਠੇ ਦੀ ਆਵਾਜ਼ ਸੁਰੇਸ਼ ਜੀ ਦੇ ਕੰਨਾਂ ਵਿੱਚ ਪੈ ਰਹੀ ਸੀ, ਪਰ ਉਹਨਾਂ ਦੀ ਹਿੰਮਤ ਕਿੱਥੇ ਸੀ ਕਿ ਉਹ ਵੀ ਤਿਆਰ ਹੋ ਕੇ ਉਹਨਾਂ ਦੀਆਂ ਖੁਸ਼ੀਆਂ ਦਾ ਹਿੱਸਾ ਬਣ ਜਾਣ। ਉਹ ਤਾਂ ਆਪਣੇ ਕਮਰੇ ਵਿੱਚ ਚੁੱਪਚਾਪ ਬੈਠੇ ਸੀ। ਉਹਨਾਂ ਨੂੰ ਹਦਾਇਤ ਜੋ ਦਿੱਤੀ ਗਈ ਸੀ, ਪਰ ਪਕਵਾਨਾਂ ਦੀ ਖੁਸ਼ਬੂ ਉਹਨਾਂ ਨੂੰ ਆਪਣੇ ਵੱਲ ਖਿੱਚ ਰਹੀ ਸੀ। ਸੁਰੇਸ਼ ਜੀ ਸੋਚਣ ਲੱਗੇ ਕਿ ਮੈਂ ਕਿੰਨੇ ਚਾਅ ਨਾਲ ਆਪਣੇ ਬੇਟੇ ਅਤੇ ਪਤਨੀ ਨਾਲ ਸ਼ਿਵਰਾਤਰੀ ਦਾ ਤਿਉਹਾਰ ਮਨਾਉਂਦਾ ਸੀ। ਉਸ ਦੀ ਪਤਨੀ ਬੇਟੇ ਅਤੇ ਸੁਰੇਸ਼ ਜੀ ਨੂੰ ਆਪਣੇ ਹੱਥਾਂ ਨਾਲ ਖੀਰ ਖਵਾਉਂਦੀ ਸੀ। ਪਤਨੀ ਦੀ ਮੌਤ ਤੋਂ ਬਾਅਦ ਇਹ ਸਭ ਇੱਕ ਸੁਪਨਾ ਜਿਹਾ ਹੋ ਗਿਆ। ਬੇਟਾ ਬਹੂ ਨੂੰ ਕੀ ਵਿਆਹ ਕੇ ਲੈ ਆਇਆ ਅਤੇ ਵੱਡਾ ਆਦਮੀ ਕੀ ਬਣ ਗਿਆ, ਬਿਲਕੁਲ ਬਦਲ ਹੀ ਗਿਆ। ਤਿਉਹਾਰਾਂ ਦੇ ਨਾਲ ਪੋਤੇ ਦਾ ਜਨਮ ਦਿਨ ਵੀ ਹੈ, ਕੋਈ ਸਧਾਰਨ ਪਾਰਟੀ ਤਾਂ ਹੋਵੇਗੀ ਨਹੀਂ। ਸਤੀਸ਼ ਦੇ ਦੋਸਤ ਅਤੇ ਨੀਸ਼ਾ ਦੇ ਪੇਕਿਆਂ ਤੋਂ ਸਭ ਨੂੰ ਬੁਲਾਇਆ ਗਿਆ ਸੀ। ਸੁਰੇਸ਼ ਜੀ ਦੇ ਨਾਲ ਬਹੂ ਦੇ ਪੇਕੇ ਵਾਲਿਆਂ ਨੂੰ ਕੋਈ ਖਾਸ ਦਿਲਚਸਪੀ ਨਹੀਂ ਸੀ। ਵੈਸੇ ਵੀ ਸੁਰੇਸ਼ ਜੀ ਆਪਣੇ ਕਮਰੇ ਤੋਂ ਬਾਹਰ ਘੱਟ ਹੀ ਆਉਂਦੇ ਸੀ, ਕਿਉਂਕਿ ਜੇਕਰ ਉਹ ਥੋੜ੍ਹਾ ਜਿਹਾ ਵੀ ਬਾਹਰ ਆਉਂਦੇ ਤਾਂ ਨੀਸ਼ਾ ਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਸੀ। ਉਸ ਨੂੰ ਲੱਗਦਾ ਸੀ ਕਿ ਉਸ ਦੇ ਬਾਹਰ ਆਉਣ ਨਾਲ ਉਸ ਦੇ ਬੱਚੇ ਦਾ ਜਨਮ ਦਿਨ ਖਰਾਬ ਹੋ ਜਾਵੇਗਾ ਅਤੇ ਉਹ ਉਹਨਾਂ ਉੱਤੇ ਬੋਝ ਸੀ, ਜਿਸ ਨੂੰ ਹਟਾਉਣਾ ਤਾਂ ਹਰ ਕੋਈ ਚਾਹੁੰਦਾ ਸੀ, ਪਰ ਹਟਾ ਨਹੀਂ ਪਾ ਰਿਹਾ ਸੀ। ਸੁਰੇਸ਼ ਜੀ ਇਕੱਲੇ ਹੀ ਆਪਣੇ ਕਮਰੇ ਦੇ ਵਿੱਚ ਬੈਠੇ ਹੋਏ ਸਨ ਅਤੇ ਉਸਨੇ ਆਪਣੀ ਪਤਨੀ ਦੀਆਂ ਫੋਟੋਆਂ ਦੇ ਸਾਹਮਣੇ ਕਿਹਾ, ਜੇਕਰ ਆਪਣੇ ਬੇਟੇ ਬਹੂ ਦਾ ਵੱਸ ਚੱਲੇ ਤਾਂ ਉਹ ਮੈਨੂੰ ਘਰੋਂ ਕੱਢ ਦੇਣ, ਪਰ ਮੈਂ ਵੀ ਜਾਣਦਾ ਹਾਂ ਕਿ ਇਹ ਬਸ ਮੈਨੂੰ ਇਸ ਡਰ ਤੋਂ ਨਹੀਂ ਕੱਢ ਰਹੇ ਕਿ ਲੋਕ ਕੀ ਕਹਿਣਗੇ ਕਿ ਇੰਨਾ ਵੱਡਾ ਆਦਮੀ ਆਪਣੇ ਪਿਤਾ ਦੀ ਦੇਖਭਾਲ ਵੀ ਨਹੀਂ ਕਰ ਸਕਿਆ। ਇਸ ਮਜਬੂਰੀ ਕਰਕੇ ਹੀ ਉਹ ਮੈਨੂੰ ਆਪਣੇ ਨਾਲ ਰੱਖ ਰਹੇ ਹਨ। ਜਦੋਂ ਬਾਹਰੀ ਦੁਨੀਆ ਵਿੱਚ ਰੌਸ਼ਨੀ ਹੁੰਦੀ ਹੈ ਤਾਂ ਇਸ ਕਮਰੇ ਵਿੱਚ ਮੈਂ ਅਤੇ ਮੇਰੀ ਤਨਹਾਈ। ਕਹਿੰਦੇ ਕਹਿੰਦੇ ਉਸਦੀਆਂ ਅੱਖਾਂ ਭਰ ਆਈਆਂ ਤਾਂ ਅਚਾਨਕ ਨੀਸ਼ਾ ਨੇ ਦਰਵਾਜ਼ਾ ਖੋਲ੍ਹਿਆ ਅਤੇ ਉਸਨੂੰ ਪੈਂਟ ਸ਼ਰਟ ਦਿੰਦੇ ਹੋਏ ਕਿਹਾ, ਇਹ ਕੱਪੜੇ ਪਾ ਲਿਓ। ਜੇ ਕਿਤੇ ਕੋਈ ਭੁੱਲਿਆ ਭਟਕਿਆ ਇਸ ਕਮਰੇ ਵਿੱਚ ਆ ਗਿਆ ਤਾਂ ਸਾਡੀ ਇੱਜ਼ਤ ਖਰਾਬ ਹੋ ਜਾਵੇਗੀ ਅਤੇ ਢੰਗ ਨਾਲ ਹੱਥ ਪੈਰ ਧੋ ਕੇ ਕੰਘੀ ਕਰ ਲਿਓ। ਜੇਕਰ ਕੋਈ ਕਮਰੇ ਵਿੱਚ ਆ ਜਾਵੇ ਤਾਂ ਉਸਨੂੰ ਨਮਸਤੇ ਅਤੇ ਹਾਂ ਹੂੰ ਵਿੱਚ ਹੀ ਜਵਾਬ ਦੇਣਾ। ਜ਼ਿਆਦਾ ਬੋਲਣ ਦੀ ਜ਼ਰੂਰਤ ਨਹੀਂ, ਸਮਝੇ? ਨੀਸ਼ਾ ਬਸ ਬੋਲੀ ਜਾ ਰਹੀ ਸੀ ਅਤੇ ਸੁਰੇਸ਼ ਜੀ ਦਾ ਧਿਆਨ ਸੁਣਦੇ ਸੁਣਦੇ ਫਿਰ ਤੋਂ ਪਕਵਾਨਾਂ ਦੀ ਖੁਸ਼ਬੂ ਵੱਲ ਚਲਾ ਗਿਆ। ਫਿਰ ਨੀਸ਼ਾ ਅਚਾਨਕ ਉਸਦੇ ਮੋਢੇ ਉੱਤੇ ਹੱਥ ਰੱਖ ਕੇ ਬੋਲੀ, ਤੈਨੂੰ ਕੁਝ ਸੁਣ ਵੀ ਰਿਹਾ ਹੈ ਜਾਂ ਨਹੀਂ, ਕਿ ਮੈਂ ਐਵੇਂ ਹੀ ਕੁੱਤੇ ਵਾਂਗੂ ਭੌਂਕੀ ਜਾਂਦੀ ਹਾਂ? ਸੁਰੇਸ਼ ਜੀ ਦਾ ਧਿਆਨ ਭੰਗ ਹੋਇਆ ਤੇ ਉਹ ਬੋਲੇ, ਹਾਂ ਹਾਂ ਬਹੂ, ਇਹ ਤਾਂ ਦੱਸੋ ਕਿ ਸ਼ਿਵਰਾਤਰੀ ਅਤੇ ਪੋਤੇ ਦੇ ਜਨਮ ਦਿਨ 'ਤੇ ਕੀ ਬਣਵਾਇਆ ਹੈ? ਤਾਂ ਨੀਸ਼ਾ ਕਹਿਣ ਲੱਗੀ, ਹਾਏ ਰੱਬਾ, ਬਸ ਜਦੋਂ ਦੇਖੋ ਖਾਣੇ ਦੀ ਗੱਲ। ਮੈਂ ਕੁਝ ਕਿਹਾ ਉਹ ਸੁਣਿਆ ਜਾਂ ਨਹੀਂ? ਤਿਉਹਾਰ ਦੀ ਪੂਜਾ ਮੈਂ ਕਰ ਲਵਾਂਗੀ, ਬਾਹਰ ਆਉਣ ਦੀ ਜ਼ਰੂਰਤ ਨਹੀਂ, ਅਤੇ ਜੇ ਕੋਈ ਆਵੇ ਤਾਂ ਜ਼ਿਆਦਾ ਗੱਲ ਕਰਨ ਦੀ ਜ਼ਰੂਰਤ ਨਹੀਂ। ਸ਼ਾਮ ਨੂੰ ਜਨਮਦਿਨ ਦੀ ਪਾਰਟੀ ਹੈ, ਬਾਹਰ ਨਹੀਂ ਨਿਕਲਣਾ। ਸੁਰੇਸ਼ ਜੀ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਤੇ ਕਿਹਾ, ਬਹੂ, ਜਨਮਦਿਨ ਦੀ ਪਾਰਟੀ ਦਾ ਤਾਂ ਛੱਡੋ, ਕੀ ਮੈਂ ਸ਼ਿਵਰਾਤਰੀ ਦੀ ਪੂਜਾ ਵਿੱਚ ਵੀ ਸ਼ਾਮਿਲ ਨਹੀਂ ਹੋ ਸਕਦਾ? ਨੀਸ਼ਾ ਨੇ ਕਿਹਾ, ਨਹੀਂ, ਬਿਲਕੁਲ ਨਹੀਂ। ਸੁਰੇਸ਼ ਜੀ ਨੇ ਕਿਹਾ, ਬਹੂ,
ਬਹੁਤ ਭੁੱਖ ਲੱਗੀ ਹੈ, ਕੁਝ ਖਾਣ ਲਈ ਦੇ ਦਿਓ। ਸਵੇਰੇ ਵੀ ਸਿਰਫ ਦਲੀਆ ਹੀ ਖਾਧਾ ਸੀ। ਨੀਸ਼ਾ ਨੇ ਘੂਰ ਕੇ ਦੇਖਿਆ ਤੇ ਉੱਥੋਂ ਚਲੀ ਗਈ। ਥੋੜ੍ਹੀ ਦੇਰ ਬਾਅਦ ਕੰਮ ਵਾਲੀ ਆਈ ਅਤੇ ਉਸਨੇ ਖਾਣੇ ਵਾਲੀ ਥਾਲੀ ਦਿੰਦੇ ਹੋਏ ਕਿਹਾ, ਵੱਡੇ ਸਾਹਿਬ ਖਾਣਾ ਖਾ ਲਿਓ। ਸ਼੍ਰੇਸ਼ ਜੀ ਨੇ ਆਸਾਂ ਭਰੀਆਂ ਨਜ਼ਰਾਂ ਨਾਲ ਨੌਕਰਾਣੀ ਦੇ ਵੱਲ ਦੇਖਿਆ। ਨੌਕਰਾਣੀ ਨੇ ਕਿਹਾ, ਵੱਡੇ ਸਾਹਿਬ ਖਾਣਾ ਹਾਲੇ ਪੂਰੀ ਤਰ੍ਹਾਂ ਤਿਆਰ ਨਹੀਂ ਹੋਇਆ ਸੀ, ਇਸ ਲਈ ਮੈਂ ਸਵੇਰ ਦਾ ਬਚਿਆ ਹੋਇਆ ਖਾਣਾ ਹੀ ਲੈ ਕੇ ਆਈ ਹਾਂ ਕਿ ਕੁਝ ਦੇਰ ਤਾਂ ਤੁਹਾਡੀ ਭੁੱਖ ਸ਼ਾਂਤ ਹੋਵੇ। ਅਤੇ ਬਿਨਾਂ ਮਾਲਕਣ ਦੇ ਪੁੱਛੇ ਜੇਕਰ ਮੈਂ ਖਾਣਾ ਲਿਆਉਂਗੀ ਤਾਂ ਤੁਸੀਂ ਜਾਣਦੇ ਹੋ ਕਿ ਮੇਰੀ ਨੌਕਰੀ ਚਲੀ ਜਾਵੇਗੀ। ਸ਼੍ਰੇਸ਼ ਜੀ ਸਭ ਸਮਝ ਗਏ ਅਤੇ ਉਹਨਾਂ ਨੂੰ ਇੰਨੀ ਜ਼ਿਆਦਾ ਭੁੱਖ ਲੱਗੀ ਸੀ ਕਿ ਉਹ ਖਾਣੇ ਉੱਤੇ ਟੁੱਟ ਪਏ। ਉਹਨਾਂ ਨੂੰ ਇਸ ਤਰ੍ਹਾਂ ਖਾਂਦੇ ਦੇਖ ਨੌਕਰਾਣੀ ਦੀਆਂ ਅੱਖਾਂ ਵੀ ਭਰ ਆਈਆਂ ਅਤੇ ਉਹ ਸੋਚਣ ਲੱਗੀ ਕਿ ਕੋਈ ਕਹਿ ਸਕਦਾ ਹੈ ਕਿ ਇਹ ਕਿੰਨੇ ਵੱਡੇ ਆਦਮੀ ਦੇ ਪਿਤਾ ਹਨ। ਉਹ ਵੱਡਾ ਆਦਮੀ ਜੋ ਇੰਨੀ ਇੱਜ਼ਤ ਤੇ ਪੈਸਾ ਕਮਾ ਰਿਹਾ ਹੈ। ਉਹ ਸ਼੍ਰੇਸ਼ ਜੀ ਨੂੰ ਕਹਿਣ ਲੱਗੀ ਕਿ ਇਸ ਨਾਲੋਂ ਤਾਂ ਸਾਡੀ ਕਿਸਮਤ ਚੰਗੀ ਹੈ। ਚਾਹੇ ਮੇਰਾ ਬੇਟਾ ਅਤੇ ਬਹੂ ਮਜ਼ਦੂਰੀ ਕਰਦੇ ਹਨ, ਪਰ ਰਾਤ ਦਾ ਖਾਣਾ ਅਸੀਂ ਇਕੱਠੇ ਬੈਠ ਕੇ ਹੀ ਖਾਂਦੇ ਹਾਂ। ਜੋ ਤਿਉਹਾਰ ਉੱਤੇ ਸਭ ਨੂੰ ਮਠਿਆਈਆਂ ਵੰਡ ਰਹੇ ਹਨ ਅਤੇ ਖੁਸ਼ੀ-ਖੁਸ਼ੀ ਬਰਥਡੇ ਮਨਾ ਰਹੇ ਹਨ, ਉਹਨਾਂ ਦਾ ਪਿਤਾ ਤਾਂ ਭੁੱਖਾ ਬੈਠਾ ਹੈ। ਉਦੋਂ ਹੀ ਨੀਸ਼ਾ ਦੀ ਆਵਾਜ਼ ਆਈ। ਜਦੋਂ ਕੰਮ ਵਾਲੀ ਬਾਹਰ ਜਾਣ ਲੱਗੀ ਤਾਂ ਸ਼੍ਰੇਸ਼ ਜੀ ਨੇ ਕਿਹਾ, ਮੇਰੀ ਇੱਕ ਰੋਟੀ ਨਾਲ ਭੁੱਖ ਨਹੀਂ ਮਿਟੇਗੀ, ਮੈਨੂੰ ਹਾਲੇ ਵੀ ਬਹੁਤ ਭੁੱਖ ਲੱਗੀ ਹੈ। ਤਾਂ ਨੌਕਰਾਣੀ ਨੇ ਕਿਹਾ, ਵੱਡੇ ਸਾਹਿਬ, ਜਿਵੇਂ ਹੀ ਮੈਨੂੰ ਮੌਕਾ ਮਿਲੇਗਾ ਮੈਂ ਤੁਹਾਡੇ ਲਈ ਕੁਝ ਖਾਣ ਲਈ ਲੈ ਕੇ ਆਵਾਂਗੀ। ਹੁਣ ਮੈਂ ਜਾਂਦੀ ਹਾਂ। ਇੰਨਾ ਕਹਿ ਕੇ ਉਹ ਚਲੀ ਗਈ। ਸ਼੍ਰੇਸ਼ ਜੀ ਨੇ ਬਹੂ ਦੇ ਕਹਿਣ ਅਨੁਸਾਰ ਪੈਂਟ ਸ਼ਰਟ ਨੂੰ ਦੇਖਿਆ ਤਾਂ ਪੈਂਟ ਸ਼ਰਟ ਥੋੜ੍ਹਾ ਮਹਿੰਗਾ ਸੀ। ਉਸ ਨੂੰ ਦੇਖ ਕੇ ਸ਼੍ਰੇਸ਼ ਜੀ ਖੁਸ਼ ਹੋ ਗਏ ਤੇ ਕਹਿਣ ਲੱਗੇ, ਬਹੂ ਨੇ ਮੇਰੇ ਲਈ ਪਹਿਲੀ ਵਾਰ ਕੱਪੜੇ ਖਰੀਦੇ ਹਨ। ਥੋੜ੍ਹੀ ਦੇਰ ਬਾਅਦ ਬਾਹਰ ਸਾਰੇ ਮਹਿਮਾਨ ਇਕੱਠੇ ਹੋਣ ਲੱਗੇ ਤੇ ਸਭ ਦੇ ਨਾਲ ਕੇਕ ਕੱਟਣ ਦੀ ਤਿਆਰੀ ਹੋਣ ਲੱਗੀ। ਸਤੀਸ਼ ਅਤੇ ਨੀਸ਼ਾ ਕੇਕ ਕੱਟਣ ਲਈ ਆਪਣੇ ਬੇਟੇ ਨੂੰ ਲੈ ਕੇ ਆਏ ਅਤੇ ਜਿਵੇਂ ਹੀ ਅੱਗੇ ਆਏ ਤਾਂ ਸਤੀਸ਼ ਦੇ ਇੱਕ ਦੋਸਤ ਨੇ ਕਿਹਾ, ਸਤੀਸ਼ ਘਰ ਵਿੱਚ ਅੰਕਲ ਜੀ ਹਨ, ਉਹਨਾਂ ਨੂੰ ਵੀ ਬੁਲਾ ਲਓ। ਲੋਕ ਕਹਿੰਦੇ ਹਨ ਵੱਡੇ ਬਜ਼ੁਰਗਾਂ ਦਾ ਆਸ਼ੀਰਵਾਦ ਲੈਣਾ ਚੰਗਾ ਹੁੰਦਾ ਹੈ। ਇੱਕ ਤਾਂ ਤਿਉਹਾਰ ਹੈ ਅਤੇ ਉੱਤੋਂ ਇੰਨੀ ਖੁਸ਼ੀ ਦਾ ਦਿਨ, ਉਹਨਾਂ ਨੂੰ ਵੀ ਇੱਥੇ ਜ਼ਰੂਰ ਹੋਣਾ ਚਾਹੀਦਾ ਹੈ। ਤਾਂ ਸਾਰੇ ਦੋਸਤਾਂ ਨੇ ਹਾਂ ਹਾਂ ਕਹਿਣਾ ਸ਼ੁਰੂ ਕੀਤਾ। ਸਾਰਿਆਂ ਦੀ ਗੱਲ ਸੁਣ ਕੇ ਸਤੀਸ਼ ਨੇ ਆਪਣੀ ਪਤਨੀ ਨੀਸ਼ਾ ਵੱਲ ਦੇਖਿਆ ਤਾਂ ਨੀਸ਼ਾ ਗੱਲ ਨੂੰ ਬਦਲਦੇ ਹੋਏ ਬੋਲੀ, ਭਾਈ ਸਾਹਿਬ, ਗੱਲ ਇਹ ਹੈ ਕਿ ਪਿਤਾ ਜੀ ਦੀ ਤਬੀਅਤ ਠੀਕ ਨਹੀਂ ਰਹਿੰਦੀ ਤੇ ਅੱਜ ਦੇ ਦਿਨ ਉਹਨਾਂ ਨੂੰ ਮੰਮੀ ਜੀ ਦੀ ਬੜੀ ਯਾਦ ਆ ਰਹੀ ਸੀ, ਇਸ ਲਈ ਉਹਨਾਂ ਨੇ ਖੁਦ ਹੀ ਮਨਾ ਕਰ ਦਿੱਤਾ ਕਿ ਮੈਨੂੰ ਪਰੇਸ਼ਾਨ ਨਾ ਕਰਿਓ। ਵੈਸੇ ਸਾਡਾ ਵੀ ਬਹੁਤ ਮਨ ਸੀ ਉਹਨਾਂ ਨੂੰ ਆਪਣੇ ਨਾਲ ਰੱਖਣ ਦਾ ਅਤੇ ਬੇਟੇ ਦਾ ਬਰਥਡੇ ਕੇਕ ਕੱਟਣ ਦਾ, ਪਰ ਕੀ ਕੀਤਾ ਜਾਵੇ, ਜਿਵੇਂ ਉਹਨਾਂ ਦੀ ਇੱਛਾ। ਮੈਂ ਤਾਂ ਬਹੂ ਹਾਂ, ਉਹਨਾਂ ਦੀ ਹੀ ਕਹਿਣਾ ਕਿਵੇਂ ਟਾਲ ਸਕਦੀ ਹਾਂ। ਫਿਰ ਸਾਰਿਆਂ ਨੂੰ ਇੱਦਾਂ ਆਪਣੀਆਂ ਗੱਲਾਂ ਨਾਲ ਖੁਸ਼ ਕਰਕੇ ਉਹਨਾਂ ਨੇ ਆਪਣੇ ਬੇਟੇ ਦਾ ਕੇਕ ਕਟਵਾਇਆ। ਉਧਰ ਖਾਣ ਪੀਣ ਵਿੱਚ ਸਾਰੇ ਲੋਕ ਵਿਅਸਤ ਹੋ ਗਏ। ਇੰਨੇ ਨੂੰ ਉਹਨਾਂ ਦੀ ਨੌਕਰਾਣੀ ਇੱਕ ਪਲੇਟ ਲੈ ਕੇ ਥੋੜ੍ਹਾ ਜਿਹਾ ਖਾਣਾ ਲੈਣ ਲੱਗੀ ਤਾਂ ਨੀਸ਼ਾ ਨੇ ਉਸਨੂੰ ਕਿਹਾ, ਇਹ ਕੀ ਕਰ ਰਹੀ ਹੈ, ਕਿਸ ਦੇ ਲਈ ਖਾਣਾ ਲੈ ਕੇ ਜਾ ਰਹੀ ਹੈ। ਤਾਂ ਨੌਕਰਾਣੀ ਨੇ ਕਿਹਾ, ਮੈਡਮ ਜੀ, ਵੱਡੇ ਸਾਹਿਬ ਨੂੰ ਭੁੱਖ ਲੱਗ ਰਹੀ ਹੋਵੇਗੀ, ਉਹਨਾਂ ਨੇ ਇੱਕ ਹੀ ਰੋਟੀ ਖਾਧੀ ਹੈ। ਤਾਂ ਨੀਸ਼ਾ ਨੇ ਕਿਹਾ, ਇੱਕ ਰੋਟੀ ਹੀ ਕਾਫੀ ਹੈ ਇਸ ਉਮਰ ਵਿੱਚ, ਜੇਕਰ ਉਹ ਜ਼ਿਆਦਾ ਖਾਣਗੇ ਤਾਂ ਵਜ਼ਨ ਵੱਧ ਜਾਵੇਗਾ, ਜੇ ਕੱਲ੍ਹ ਨੂੰ ਮਰ ਗਏ ਤਾਂ ਉਸਨੂੰ ਕੌਣ ਚੁੱਕੇਗਾ। ਇਸ ਲਈ ਇਹ ਪਲੇਟ ਇੱਥੇ ਹੀ ਰੱਖ ਅਤੇ ਜਾ ਕੇ ਆਪਣਾ ਕੰਮ ਕਰ, ਪਾਪਾ ਨੂੰ ਮੈਂ ਆਪੇ ਦੇਖ ਲਵਾਂਗੀ। ਕੀ ਉਹੀ ਤੈਨੂੰ ਤਨਖਾਹ ਦਿੰਦੇ ਹਨ, ਚੱਲ ਜਾ ਇੱਥੋਂ। ਵਿਚਾਰੀ ਨੌਕਰਾਣੀ ਮਜਬੂਰ ਹੋ ਕੇ ਪਲੇਟ ਨੂੰ ਉੱਥੇ ਹੀ ਰੱਖ ਗਈ ਅਤੇ ਕੰਮ ਕਰਨ ਲੱਗੀ। ਨੀਸ਼ਾ ਆਪਣੇ ਦੋਸਤਾਂ ਵਿੱਚ ਬਿਜ਼ੀ ਹੋ ਗਈ। ਦੇਖਦੇ ਹੀ ਦੇਖਦੇ ਰਾਤ ਦੇ 12 ਵੱਜ ਗਏ, ਪਰ ਹਾਲੇ ਤੱਕ ਸ਼੍ਰੇਸ਼ ਜੀ ਨੂੰ ਕਿਸੇ ਨੇ ਵੀ ਖਾਣਾ ਨਹੀਂ ਪੁੱਛਿਆ ਸੀ ਅਤੇ ਉਹ ਭੁੱਖ ਨਾਲ ਤੜਫ ਰਹੇ ਸਨ। ਉਹਨਾਂ ਤੋਂ ਬਿਲਕੁਲ ਵੀ ਬਰਦਾਸ਼ਤ ਨਹੀਂ ਹੋ ਰਿਹਾ ਸੀ, ਪਰ ਪਾਰਟੀ ਹਾਲੇ ਤੱਕ ਵੀ ਚੱਲ ਰਹੀ ਸੀ। ਜਿਵੇਂ ਜਿਵੇਂ ਸਮਾਂ ਵੱਧਦਾ ਜਾ ਰਿਹਾ ਸੀ, ਸਬਰ ਦਾ ਬੰਨ੍ਹ ਟੁੱਟਦਾ ਜਾ ਰਿਹਾ ਸੀ। ਆਖਿਰਕਾਰ ਉਹ ਆਪਣੇ ਕਮਰੇ ਵਿੱਚੋਂ ਉੱਠ ਕੇ ਬਾਹਰ ਆਏ ਅਤੇ ਛੋਟੇ ਬੱਚੇ ਦੀ ਤਰ੍ਹਾਂ ਇੱਧਰ ਉੱਧਰ ਝਾਕਣ ਲੱਗੇ। ਅਚਾਨਕ ਹੀ ਸਤੀਸ਼ ਦੀ ਨਜ਼ਰ ਸ਼੍ਰੇਸ਼ ਜੀ 'ਤੇ ਪਈ ਤਾਂ ਉਹ ਹੌਲੀ ਜਿਹੇ ਨੀਸ਼ਾ ਦੇ ਕੋਲ ਜਾ ਕੇ ਬੋਲੇ, ਨੀਸ਼ਾ, ਤੈਨੂੰ ਕਿਹਾ ਸੀ ਨਾ ਕਿ ਪਾਰਟੀ ਦੇ ਵਿੱਚ ਪਾਪਾ ਮੈਨੂੰ ਬਾਹਰ ਨਹੀਂ ਦਿਸਣੇ ਚਾਹੀਦੇ। ਕਿੰਨੇ ਵੱਡੇ ਲੋਕ ਪਾਰਟੀ ਵਿੱਚ ਆਏ ਹਨ, ਮੈਂ ਕਿਹਾ ਸੀ ਕਿ ਤੂੰ ਪਾਪਾ ਨੂੰ ਸੰਭਾਲ ਲਵੀਂ, ਪਰ ਤੇਰੇ ਤੋਂ ਇੱਕ ਕੰਮ ਵੀ ਢੰਗ ਨਾਲ ਨਹੀਂ ਹੁੰਦਾ। ਤੈਨੂੰ ਮੇਰੀ ਇੱਜ਼ਤ ਦੀ ਬਿਲਕੁਲ ਵੀ ਪਰਵਾਹ ਨਹੀਂ। ਪਾਪਾ ਨੂੰ ਅੰਦਰ ਲੈ ਕੇ ਜਾ ਇਸ ਤੋਂ ਪਹਿਲਾਂ ਕਿ ਕਿਸੇ ਦੀ ਨਜ਼ਰ ਪਵੇ। ਨੀਸ਼ਾ ਫਟਾਫਟ ਪਾਪਾ ਦੇ ਕੋਲ ਗਈ ਅਤੇ ਉਹਨਾਂ ਨੂੰ ਕਮਰੇ ਵਿੱਚ ਖਿੱਚਦੇ ਹੋਏ ਕੰਨ ਵਿੱਚ ਬੋਲੀ ਕਿ ਬੁੱਢੇ, ਮੈਂ ਤੈਨੂੰ ਕਿਹਾ ਸੀ ਨਾ ਕਿ ਤੂੰ ਬਾਹਰ ਨਹੀਂ ਆਉਣਾ, ਸੁਣਦਾ ਕਿਉਂ ਨਹੀਂ। ਅਤੇ ਆਸੇ-ਪਾਸੇ ਦੂਜਿਆਂ ਨੂੰ ਸੁਣਦਾ ਦੇਖ ਕਹਿਣ ਲੱਗੀ, ਚਲੋ ਪਾਪਾ ਜੀ ਅੰਦਰ ਚਲੋ, ਆਰਾਮ ਕਰੋ। ਪਰ ਸ਼੍ਰੇਸ਼ ਜੀ ਭੁੱਖ ਨਾਲ ਤੜਪ ਰਹੇ ਸੀ। ਉਹ ਸਭ ਦੇ ਸਾਹਮਣੇ ਬੋਲੇ, ਬਹੂ, ਤੂੰ ਮੈਨੂੰ ਤਿਉਹਾਰ ਅਤੇ ਪੋਤੇ ਦੇ ਬਰਥਡੇ ਵਾਲੇ ਦਿਨ ਵੀ ਕਮਰੇ ਵਿੱਚ ਬੰਦ ਕਰਕੇ ਕਿਉਂ ਰੱਖਦੀ ਹੈ। ਮੈਨੂੰ ਬਹੁਤ ਜ਼ੋਰਾਂ ਦੀ ਭੁੱਖ ਲੱਗੀ ਹੈ, ਕੁਝ ਖਾਣ ਲਈ ਦੇ ਦੇ। ਅਚਾਨਕ ਹੀ ਸ਼੍ਰੇਸ਼ ਜੀ ਦੀ ਆਵਾਜ਼ ਸੁਣ ਕੇ ਸਾਰੇ ਲੋਕਾਂ ਦਾ ਧਿਆਨ ਉਸ ਵੱਲ ਗਿਆ ਅਤੇ ਸਭ ਹੈਰਾਨੀ ਨਾਲ ਉਹਨਾਂ ਨੂੰ ਦੇਖਣ ਲੱਗੇ। ਇੱਕ ਔਰਤ ਦੂਜੀ ਦੇ ਕੰਨ ਵਿੱਚ ਬੋਲੀ,
ਐਨੇ ਵੱਡੇ ਆਦਮੀ ਦੇ ਪਿਤਾ ਹਾਲੇ ਤੱਕ ਭੁੱਖੇ ਹਨ, ਜਦਕਿ ਬੇਟਾ ਸਭ ਨੂੰ ਖਾਣਾ ਖਵਾ ਰਿਹਾ ਹੈ ਤੇ ਨਿਸ਼ਾ ਆਪਣੇ ਦੋਸਤਾਂ ਨਾਲ ਪਾਰਟੀ ਵਿੱਚ ਮਜ਼ੇ ਲੈ ਰਹੀ ਹੈ। ਦੂਜੇ ਲੋਕ ਵੀ ਦੱਬੀ ਹੋਈ ਆਵਾਜ਼ ਵਿੱਚ ਗੱਲਾਂ ਕਰਨ ਲੱਗੇ। ਆਖਿਰਕਾਰ ਨਿਸ਼ਾ ਸੁਰੇਸ਼ ਨੂੰ ਜ਼ਬਰਦਸਤੀ ਖਿੱਚਦੀ ਹੋਈ ਕਮਰੇ ਵਿੱਚ ਲੈ ਆਈ ਅਤੇ ਉਹਨਾਂ ਨੂੰ ਬੈੱਡ 'ਤੇ ਧੱਕਾ ਦੇ ਦਿੱਤਾ ਤੇ ਕਿਹਾ, ਖਬਰਦਾਰ ਜੇ ਕਮਰੇ ਵਿੱਚੋਂ ਬਾਹਰ ਆਏ ਤਾਂ ਫਿਰ ਮੈਥੋਂ ਬੁਰਾ ਕੋਈ ਨਹੀਂ ਹੋਵੇਗਾ। ਤੁਹਾਨੂੰ ਜ਼ਰਾ ਵੀ ਸ਼ਰਮ ਨਹੀਂ ਆਉਂਦੀ ਆਪਣੇ ਬੇਟੇ ਦੀ ਇੱਜ਼ਤ ਇਸ ਤਰ੍ਹਾਂ ਉਛਾਲਦੇ ਹੋਏ। ਕੀ ਦੱਸਣਾ ਚਾਹੁੰਦੇ ਹੋ ਤੁਸੀਂ ਲੋਕਾਂ ਨੂੰ ਕਿ ਅਸੀਂ ਤੈਨੂੰ ਭੁੱਖਾ ਰੱਖਦੇ ਹਾਂ? ਤੁਹਾਨੂੰ ਤਾਂ ਮੈਂ ਬਾਅਦ ਵਿੱਚ ਦੱਸਦੀ ਹਾਂ, ਪਹਿਲਾਂ ਮੈਂ ਬਾਹਰ ਜੋ ਤੁਸੀਂ ਰਾਇਤਾ ਫੈਲਾਇਆ ਹੈ ਉਸ ਨੂੰ ਸਮੇਟ ਲਵਾਂ। ਸੁਰੇਸ਼ ਜੀ ਕੁਝ ਕਹਿੰਦੇ ਇਸ ਤੋਂ ਪਹਿਲਾਂ ਹੀ ਨਿਸ਼ਾ ਨੇ ਦਰਵਾਜ਼ਾ ਉਹਨਾਂ ਦੇ ਮੂੰਹ 'ਤੇ ਬੰਦ ਕਰ ਦਿੱਤਾ ਅਤੇ ਬਾਹਰ ਆ ਕੇ ਸਭ ਦੇ ਸਾਹਮਣੇ ਨੌਕਰਾਣੀ ਨੂੰ ਕਿਹਾ ਕਿ ਜਲਦੀ ਨਾਲ ਪਾਪਾ ਜੀ ਨੂੰ ਇੱਕ ਪਲੇਟ ਵਿੱਚ ਖਾਣਾ ਲਿਜਾ ਕੇ ਦੇ ਆ। ਹੁਣ ਤੈਨੂੰ ਪਤਾ ਹੈ ਨਾ ਕਿ ਪਾਪਾ ਬੁੱਢੇ ਹੋ ਗਏ ਹਨ ਤੇ ਹਰ ਘੰਟੇ ਉਹਨਾਂ ਨੂੰ ਭੁੱਖ ਲੱਗ ਜਾਂਦੀ ਹੈ। ਹਾਲੇ ਥੋੜ੍ਹੀ ਦੇਰ ਪਹਿਲਾਂ ਹੀ ਤਾਂ ਮੈਂ ਖਾਣਾ ਦੇ ਕੇ ਆਈ ਸੀ ਅਤੇ ਹੁਣ ਫੇਰ ਭੁੱਖ ਲੱਗ ਗਈ। ਪਰ ਕੋਈ ਗੱਲ ਨਹੀਂ, ਆਪਾਂ ਉਹਨਾਂ ਦਾ ਖਿਆਲ ਨਹੀਂ ਰੱਖਾਂਗੇ ਤਾਂ ਕੌਣ ਰੱਖੇਗਾ? ਕੰਮ ਵਾਲੀ ਨੇ ਬੜੀ ਹੈਰਾਨੀ ਨਾਲ ਨਿਸ਼ਾ ਦੀ ਤਰਫ ਦੇਖਿਆ ਅਤੇ ਇੱਕ ਪਲੇਟ ਵਿੱਚ ਖਾਣਾ ਪਾ ਲਿਆ ਅਤੇ ਸੁਰੇਸ਼ ਜੀ ਦੇ ਕਮਰੇ ਵਿੱਚ ਲੈ ਗਈ। ਜਦੋਂ ਨੌਕਰਾਣੀ ਸੁਰੇਸ਼ ਜੀ ਦੇ ਕਮਰੇ ਵਿੱਚ ਪਹੁੰਚੀ ਤਾਂ ਉਹ ਬਹੁਤ ਰੋ ਰਹੇ ਸੀ ਅਤੇ ਉਸਨੇ ਕੰਮ ਵਾਲੀ ਨੂੰ ਕਿਹਾ, ਦੇਖ ਮੈਨੂੰ ਬਹੂ ਨੇ ਕਿੰਨੇ ਜ਼ੋਰ ਦੀ ਧੱਕਾ ਮਾਰਿਆ ਹੈ। ਮੇਰੀ ਕਮਰ ਵਿੱਚ ਬਹੁਤ ਦਰਦ ਹੋ ਰਿਹਾ ਹੈ। ਵਿਚਾਰਾ ਬੁੱਢਾ ਸਰੀਰ, ਚਮੜੀ ਇੰਨੀ ਕੋਮਲ ਹੋ ਚੁੱਕੀ ਸੀ ਕਿ ਉਸ ਉੱਪਰ ਨੀਲੇ ਨਿਸ਼ਾਨ ਪੈ ਗਏ। ਫਿਰ ਕੰਮ ਵਾਲੀ ਨੇ ਫਟਾਫਟ ਦਵਾਈ ਲੈ ਕੇ ਆਂਦੀ ਅਤੇ ਉਸਦੀ ਕਮਰ 'ਤੇ ਲਗਾ ਦਿੱਤੀ। ਫਿਰ ਉਸ ਨੌਕਰਾਣੀ ਨੇ ਦਵਾਈ ਲਗਾਉਂਦੇ ਹੋਏ ਕਿਹਾ, ਕੋਈ ਗੱਲ ਨਹੀਂ ਵੱਡੇ ਸਾਹਿਬ ਜੀ, ਪਹਿਲਾਂ ਤੁਸੀਂ ਆਰਾਮ ਨਾਲ ਖਾਣਾ ਖਾ ਲਓ, ਫਿਰ ਮੈਂ ਬਾਅਦ ਵਿੱਚ ਇਸ 'ਤੇ ਦਵਾਈ ਲਗਾ ਦਿੰਦੀ ਹਾਂ। ਉਸਨੇ ਆਪਣੇ ਹੱਥਾਂ ਨਾਲ ਸੁਰੇਸ਼ ਜੀ ਨੂੰ ਖਾਣਾ ਖਵਾਇਆ। ਪੇਟ ਦੀ ਭੁੱਖ ਦੇ ਅੱਗੇ ਦੂਜਾ ਦਰਦ ਵੀ ਘੱਟ ਲੱਗ ਰਿਹਾ ਸੀ। ਕੁਝ ਸਮੇਂ ਬਾਅਦ ਕੰਮ ਵਾਲੀ ਨੇ ਕਿਹਾ, ਵੱਡੇ ਸਾਹਿਬ ਇੱਕ ਗੱਲ ਕਹਾਂ, ਤਿਉਹਾਰ ਦੇ ਦਿਨ ਵੀ ਬੇਟਾ ਬਹੂ ਤੁਹਾਨੂੰ ਇੱਕ ਮਿੱਠਾ ਬੋਲ ਨਹੀਂ ਬੋਲਦੇ। ਤੁਸੀਂ ਕਿਉਂ ਬਰਦਾਸ਼ਤ ਕਰਦੇ ਹੋ? ਭਲਾ ਕੀ ਕਮੀ ਹੈ? ਕਿਉਂ ਤੁਸੀਂ ਬੇਟੇ ਬਹੂ ਦੇ ਮੁਹਤਾਜ ਹੋ? ਤਾਂ ਸੁਰੇਸ਼ ਜੀ ਨੇ ਕਿਹਾ, ਤੂੰ ਤਾਂ ਜਾਣਦੀ ਹੀ ਹੈ ਕਿ ਮੇਰੇ ਕੋਲ ਜ਼ਮੀਨ ਜਾਇਦਾਦ ਸਭ ਕੁਝ ਹੈ। ਮੈਂ ਚਾਹਾਂ ਤਾਂ ਅੱਜ ਨੌਕਰ ਰੱਖ ਲਵਾਂ, ਪਰ ਪਰਿਵਾਰ ਵੀ ਤਾਂ ਜ਼ਰੂਰੀ ਹੈ। ਮੈਂ ਇਕੱਲਾ ਕੀ ਕਰੂੰਗਾ? ਜ਼ਮੀਨ ਜਾਇਦਾਦ ਜੋ ਵੀ ਪੈਸਾ ਆਉਂਦਾ ਹੈ ਉਹ ਵੀ ਬੇਟਾ ਬਹੂ ਹੀ ਰੱਖ ਲੈਂਦੇ ਹਨ। ਇਹ ਦੋਵੇਂ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਹਨਾਂ ਤੋਂ ਇਲਾਵਾ ਮੇਰਾ ਹੋਰ ਕੋਈ ਨਹੀਂ ਹੈ। ਇਹਨਾਂ ਦੀ ਮਾਂ ਵੀ ਮੈਨੂੰ ਛੱਡ ਕੇ ਚਲੀ ਗਈ। ਇਹ ਕਹਿੰਦੇ ਕਹਿੰਦੇ ਸੁਰੇਸ਼ ਜੀ ਰੋਣ ਲੱਗ ਪਏ। ਤਾਂ ਨੌਕਰਾਣੀ ਨੇ ਕਿਹਾ, ਸਾਹਿਬ ਜੀ ਤੁਸੀਂ ਆਪਣੇ ਬੇਟੇ ਨੂੰ ਪੜ੍ਹਾ ਲਿਖਾ ਕੇ ਵੱਡਾ ਆਦਮੀ ਬਣਾ ਸਕਦੇ ਹੋ ਅਤੇ ਜ਼ਮੀਨ ਜਾਇਦਾਦ ਨਹੀਂ ਸੰਭਾਲ ਸਕਦੇ? ਤੁਹਾਡੇ ਇੰਨੇ ਬੁਰੇ ਦਿਨ ਤਾਂ ਨਹੀਂ ਆਏ ਕਿ ਤੁਸੀਂ ਰੋਟੀ ਦੇ ਲਈ ਮੁਹਤਾਜ ਹੋ ਜਾਵੋ। ਸਾਹਿਬ ਜੀ ਭਲਾ ਇੱਕ ਰੋਟੀ ਘੱਟ ਖਾ ਕੇ ਸੌਂ ਜਾਓ, ਪਰ ਇੱਜ਼ਤ ਦੀ ਖਾਓ। ਜੇਕਰ ਮੇਰਾ ਬੇਟਾ ਵੀ ਇਸ ਤਰ੍ਹਾਂ ਕਰਦਾ ਤਾਂ ਮੈਂ ਉਸ ਨਾਲੋਂ ਸਾਰੇ ਰਿਸ਼ਤੇ ਨਾਤੇ ਤੋੜ ਲੈਂਦੀ। ਫਿਰ ਤੁਸੀਂ ਤਾਂ ਪੜ੍ਹੇ ਲਿਖੇ ਹੋ। ਉਦੋਂ ਨੂੰ ਨਿਸ਼ਾ ਨੇ ਆਵਾਜ਼ ਮਾਰੀ ਤਾਂ ਨੌਕਰਾਣੀ ਬਾਹਰ ਚਲੀ ਗਈ। ਸੁਰੇਸ਼ ਜੀ ਨੇ ਸੋਚਿਆ ਕਿ ਉਸ ਕੰਮ ਵਾਲੀ ਦੀ ਗੱਲ ਤਾਂ ਸਹੀ ਹੈ, ਪਰ ਸੁਰੇਸ਼ ਜੀ ਤੋਂ ਇਸ ਉਮਰ ਵਿੱਚ ਇਕੱਲਾਪਣ ਬਰਦਾਸ਼ਤ ਨਹੀਂ ਹੁੰਦਾ ਸੀ। ਬਸ ਇਸ ਲਈ ਹੀ ਆਪਣੇ ਬਹੂ ਅਤੇ ਬੇਟੇ ਦੀਆਂ ਸਾਰੀਆਂ ਜ਼ਿਆਦਤੀਆਂ ਨੂੰ ਬਰਦਾਸ਼ਤ ਕਰ ਲੈਂਦੇ ਸੀ। ਪਰ ਅੱਜ ਬੇਟੇ ਬਹੂ ਨੇ ਜੋ ਸੁਰੇਸ਼ ਜੀ ਦੇ ਨਾਲ ਕੀਤਾ ਸੀ ਉਹ ਸਹਿਣ ਸ਼ਕਤੀ ਤੋਂ ਬਾਹਰ ਸੀ। ਤਾਂ ਸੁਰੇਸ਼ ਜੀ ਨੇ ਸੋਚਿਆ ਕਿ ਜੇਕਰ ਇਹ ਅਨਪੜ੍ਹ ਔਰਤ ਇੰਨਾ ਹੌਸਲਾ ਇੰਨਾ ਸਾਹਸ ਦਿਖਾ ਸਕਦੀ ਹੈ ਤਾਂ ਮੈਂ ਕਿਉਂ ਨਹੀਂ। ਸੁਰੇਸ਼ ਜੀ ਨੇ ਆਪਣੇ ਹੰਝੂ ਪੂੰਝੇ ਅਤੇ ਉਸ ਖਾਣੇ ਵਾਲੀ ਪਲੇਟ ਨੂੰ ਇੱਕ ਪਾਸੇ ਕਰ ਦਿੱਤਾ। ਉਹਨਾਂ ਨੂੰ ਲੱਗਿਆ ਕਿ ਇਹ ਅਪਮਾਨ ਦੀ ਰੋਟੀ ਹੈ। ਥੋੜ੍ਹੀ ਦੇਰ ਬਾਅਦ ਜਦੋਂ ਕੰਮ ਵਾਲੀ ਬਰਤਨ ਲੈਣ ਲਈ ਆਈ ਤਾਂ ਦੇਖਿਆ ਕਿ ਖਾਣਾ ਉਵੇਂ ਦਾ ਉਵੇਂ ਹੀ ਪਿਆ ਸੀ ਅਤੇ ਸੁਰੇਸ਼ ਜੀ ਆਪਣੀ ਪਤਨੀ ਦੀ ਫੋਟੋ ਨੂੰ ਦੇਖ ਰਹੇ ਸੀ। ਕੰਮ ਵਾਲੀ ਨੇ ਕਿਹਾ ਕਿ ਕੀ ਹੋਇਆ ਸਾਹਿਬ ਜੀ, ਤੁਸੀਂ ਖਾਣਾ ਕਿਉਂ ਨਹੀਂ ਖਾਧਾ? ਤਾਂ ਸੁਰੇਸ਼ ਜੀ ਨੇ ਕਿਹਾ, ਇਹ ਖਾਣਾ ਵਾਪਸ ਲੈ ਜਾ, ਮੈਨੂੰ ਨਹੀਂ ਚਾਹੀਦਾ। ਤਾਂ ਕੰਮ ਵਾਲੀ ਨੇ ਸੁਰੇਸ਼ ਜੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਖਾਣਾ ਨਾ ਖਾਧਾ। ਬਾਹਰ ਪਾਰਟੀ ਵੀ ਖਤਮ ਹੋ ਚੁੱਕੀ ਸੀ। ਸਤੀਸ਼ ਅਤੇ ਨਿਸ਼ਾ ਸੁਰੇਸ਼ ਜੀ ਦੇ ਕਮਰੇ ਵਿੱਚ ਆ ਗਏ ਅਤੇ ਆਉਂਦੇ ਹੀ ਸੁਰੇਸ਼ ਜੀ ਉੱਪਰ ਬੰਬ ਦੀ ਤਰ੍ਹਾਂ ਫਟ ਗਏ ਕਿ ਕੀ ਲੋੜ ਸੀ ਤੁਹਾਨੂੰ ਬਾਹਰ ਆਉਣ ਦੀ, ਜਦੋਂ ਤੁਹਾਨੂੰ ਅੰਦਰ ਬੈਠੇ ਬਿਠਾਏ ਸਭ ਕੁਝ ਮੁਫਤ ਮਿਲ ਰਿਹਾ ਸੀ। ਫਿਰ ਵੀ ਅਜਿਹੀਆਂ ਹਰਕਤਾਂ ਕਿਉਂ ਕਰਦੇ ਹੋ? ਸਤੀਸ਼ ਦੀਆਂ ਗੱਲਾਂ ਹਾਲੇ ਤੱਕ ਖਤਮ ਨਹੀਂ ਹੋਈਆਂ ਸੀ। ਨਿਸ਼ਾ ਨੇ ਕਿਹਾ, ਲਓ ਜੀ ਖਾਣੇ ਦੇ ਪਿੱਛੇ ਇੰਨਾ ਮਰੇ ਜਾ ਰਹੇ ਸੀ ਅਤੇ ਖਾਣਾ ਵੀ ਉਵੇਂ ਹੀ ਪਿਆ ਹੈ। ਖਾਣਾ ਬਰਬਾਦ ਕਰਦੇ ਹੋ, ਪਤਾ ਨਾ ਰੱਬ ਕਿੰਨਾ ਪਾਪ ਦੇਵੇਗਾ। ਹੁਣ ਤੁਹਾਡੇ ਨਖਰੇ ਮੇਰੇ ਤੋਂ ਨਹੀਂ ਚੁੱਕੇ ਜਾਂਦੇ। ਸੁਣੋ ਜੀ, ਇਸ ਦਾ ਕੁਝ ਕਰੋ। ਹੁਣ ਮੈਨੂੰ ਇਹ ਸਭ ਨਹੀਂ ਚਾਹੀਦਾ। ਆਪਾਂ ਇਹਨਾਂ ਨੂੰ ਪਿੰਡ ਜਾਂ ਕਿਸੇ ਬਿਰਧ ਆਸ਼ਰਮ ਵਿੱਚ ਛੱਡ ਆਉਂਦੇ ਹਾਂ। ਹਾਂ ਨਿਸ਼ਾ ਤੂੰ ਬਿਲਕੁਲ ਸਹੀ ਕਹਿ ਰਹੀ ਹੈ। ਜਦੋਂ ਉੱਥੇ ਇਕੱਲੇ ਰਹਿਣਗੇ ਨਾ ਤਾਂ ਆਪੇ ਅਕਲ ਟਿਕਾਣੇ ਆ ਜਾਵੇਗੀ। ਸੁਰੇਸ਼ ਜੀ ਚੁੱਪਚਾਪ ਦੋਹਾਂ ਦੀਆਂ ਗੱਲਾਂ ਸੁਣ ਰਹੇ ਸੀ ਅਤੇ ਮਨ ਹੀ ਮਨ ਮੁਸਕਰਾ ਰਹੇ ਸੀ। ਉਹਨਾਂ ਦੀ ਕੰਮ ਵਾਲੀ ਸੁਰੇਸ਼ ਜੀ ਵੱਲ ਹੈਰਾਨੀ ਨਾਲ ਦੇਖ ਰਹੀ ਸੀ ਅਤੇ ਸੋਚ ਰਹੀ ਸੀ ਕਿ ਇਹ ਖਾਮੋਸ਼ੀ ਤੂਫਾਨ ਤੋਂ ਪਹਿਲਾਂ ਦੀ ਹੈ।
ਨਾ ਜਾਣੇ ਹੁਣ ਵੱਡੇ ਸਾਹਿਬ ਕੀ ਕਰਨਗੇ। ਅਗਲੇ ਦਿਨ ਸਤੀਸ਼ ਸੁਰੇਸ਼ ਜੀ ਨੂੰ ਪਿੰਡ ਛੱਡ ਆਉਂਦਾ ਹੈ। ਪਿੰਡ ਪਹੁੰਚਣ 'ਤੇ ਸੁਰੇਸ਼ ਜੀ ਸਭ ਤੋਂ ਪਹਿਲਾਂ ਆਪਣੇ ਵਕੀਲ ਨੂੰ ਬੁਲਾਉਂਦੇ ਹਨ ਅਤੇ ਆਪਣੀ ਸਾਰੀ ਜ਼ਮੀਨ ਜਾਇਦਾਦ ਤੋਂ ਆਪਣੇ ਬੇਟੇ ਸਤੀਸ਼ ਨੂੰ ਬੇਦਖਲ ਕਰ ਦਿੰਦੇ ਹਨ। ਵਸੀਅਤ ਦੇ ਅਨੁਸਾਰ ਉਹਨਾਂ ਦੇ ਮਰਨ ਤੋਂ ਬਾਅਦ ਸਾਰੀ ਜਾਇਦਾਦ ਨੂੰ ਵੇਚ ਕੇ ਬਿਰਧ ਆਸ਼ਰਮ ਅਤੇ ਅਨਾਥ ਆਸ਼ਰਮ ਬਣਵਾ ਦਿੱਤੇ ਜਾਣਗੇ, ਜੋ ਬਜ਼ੁਰਗ ਅਤੇ ਅਨਾਥ ਬੱਚਿਆਂ ਲਈ ਕੰਮ ਆ ਸਕਣ। ਅਤੇ ਇਸ ਬਿਰਧ ਆਸ਼ਰਮ ਅਤੇ ਅਨਾਥ ਆਸ਼ਰਮ ਦੀ ਜ਼ਿੰਮੇਵਾਰੀ ਉਹਨਾਂ ਨੇ ਆਪਣੀ ਹੀ ਨੌਕਰਾਣੀ ਮੰਜੂ ਨੂੰ ਦੇ ਦਿੱਤੀ। ਇਸ ਦੇ ਲਈ ਉਸ ਨੂੰ ਮਹੀਨੇ ਦੀ ਤਨਖਾਹ ਵੀ ਦਿੱਤੀ ਜਾਵੇਗੀ। ਇੱਕ ਦਿਨ ਉਹਨਾਂ ਨੇ ਮੰਜੂ ਨੂੰ ਫੋਨ ਕੀਤਾ ਅਤੇ ਉਹ ਦੋਵੇਂ ਪਤੀ ਪਤਨੀ ਉੱਥੇ ਆ ਗਏ ਤੇ ਘਰ ਦੀ ਸਾਰੀ ਜ਼ਿੰਮੇਵਾਰੀ ਸੰਭਾਲ ਲਈ ਅਤੇ ਹੁਣ ਉਹ ਦੋਵੇਂ ਪਿੰਡ ਵਿੱਚ ਸੁਰੇਸ਼ ਜੀ ਦੇ ਨਾਲ ਹੀ ਰਹਿਣ ਲੱਗੇ। ਹੁਣ ਸੁਰੇਸ਼ ਜੀ ਇੱਜ਼ਤ ਤੇ ਸਕੂਨ ਦੀ ਰੋਟੀ ਖਾਂਦੇ। ਖੇਤੀਬਾੜੀ ਵਿੱਚੋਂ ਜੋ ਵੀ ਇਨਕਮ ਹੁੰਦੀ ਹੁਣ ਉਹਨਾਂ ਨੇ ਸਤੀਸ਼ ਕੋਲ ਨਾ ਭੇਜ ਕੇ ਆਪਣੇ ਕੋਲ ਰੱਖਣਾ ਸ਼ੁਰੂ ਕਰ ਦਿੱਤਾ। ਜਦੋਂ ਪੈਸੇ ਸਤੀਸ਼ ਦੇ ਅਕਾਊਂਟ ਵਿੱਚ ਨਾ ਆਏ ਤਾਂ ਉਹ ਅਤੇ ਨੀਸ਼ਾ ਦੋਵੇਂ ਪਿੰਡ ਪਹੁੰਚ ਗਏ। ਉਹਨਾਂ ਨੇ ਆਉਂਦੇ ਹੀ ਪਿਤਾ ਜੀ ਦੇ ਠਾਠ-ਬਾਠ ਦੇਖ ਕੇ ਕਿਹਾ, ਪਾਪਾ ਜੀ ਤੁਸੀਂ ਘਰ ਦਾ ਕੀ ਹਾਲ ਬਣਾ ਰੱਖਿਆ? ਕੀ ਇਸ ਵਾਰ ਖੇਤੀਬਾੜੀ ਵਿੱਚੋਂ ਕਮਾਈ ਨਹੀਂ ਆਈ? ਜੋ ਪੈਸੇ ਮੇਰੇ ਅਕਾਊਂਟ ਵਿੱਚ ਹਲੇ ਤੱਕ ਨਹੀਂ ਆਏ। ਇੰਨਾ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਤੁਹਾਨੂੰ ਮੇਰੇ ਤੋਂ ਪੁੱਛਣਾ ਚਾਹੀਦਾ ਸੀ। ਤਾਂ ਸੁਰੇਸ਼ ਜੀ ਨੇ ਕਿਹਾ, ਤੇਰੇ ਤੋਂ ਕਿਉਂ ਪੁੱਛਾਂ, ਤੂੰ ਹੁੰਦਾ ਕੌਣ ਹੈ? ਹੁਣ ਉਹ ਸਾਰੇ ਪੈਸੇ ਮੇਰੇ ਅਕਾਊਂਟ ਵਿੱਚ ਹੀ ਰਹਿਣਗੇ। ਤਾਂ ਨੀਸ਼ਾ ਨੇ ਕਿਹਾ, ਤੁਸੀਂ ਪੈਸਿਆਂ ਦਾ ਕੀ ਕਰੋਗੇ ਅਤੇ ਕਿਸ ਤੋਂ ਪੁੱਛ ਕੇ ਤੁਸੀਂ ਮੰਜੂ ਅਤੇ ਉਸਦੇ ਪਤੀ ਨੂੰ ਇਸ ਘਰ ਵਿੱਚ ਰੱਖਿਆ ਹੈ? ਤਾਂ ਸੁਰੇਸ਼ ਜੀ ਨੇ ਕਿਹਾ ਕਿ ਇਹ ਘਰ ਤੇਰੇ ਬਾਪ ਦਾ ਨਹੀਂ ਜੋ ਤੂੰ ਦਹੇਜ ਵਿੱਚ ਲੈ ਕੇ ਆਈ ਹਾਂ ਅਤੇ ਮੈਂ ਤੁਹਾਨੂੰ ਕਿਉਂ ਪੁੱਛਾਂ? ਇਸ ਸਾਰੀ ਜਾਇਦਾਦ ਦਾ ਮਾਲਕ ਮੈਂ ਹਾਂ। ਮੈਂ ਇਸ ਨੂੰ ਆਪਣੇ ਅਨੁਸਾਰ ਇਸਤੇਮਾਲ ਕਰੂੰਗਾ। ਵੈਸੇ ਵੀ ਤੁਸੀਂ ਹੁੰਦੇ ਕੌਣ ਹੋ ਮੈਨੂੰ ਇਹ ਸਭ ਕਹਿਣ ਵਾਲੇ? ਤਾਂ ਸਤੀਸ਼ ਨੇ ਕਿਹਾ, ਪਾਪਾ ਤੁਸੀਂ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ? ਅਸੀਂ ਤੁਹਾਡੇ ਬੇਟਾ ਤੇ ਨੂੰਹ ਹਾਂ। ਤੁਹਾਡਾ ਬੁਰਾ ਭਲਾ ਚੰਗੀ ਤਰ੍ਹਾਂ ਜਾਣਦੇ ਹਾਂ। ਸੁਰੇਸ਼ ਜੀ ਨੇ ਕਿਹਾ, ਕਿਹੜੇ ਬਹੂ ਤੇ ਬੇਟਾ? ਉਹ ਜੋ ਮੈਨੂੰ ਤਿਉਹਾਰ ਵਾਲੇ ਦਿਨ ਵੀ ਰੋਟੀ ਲਈ ਤਰਸਾਉਂਦੇ ਸੀ। ਮੈਨੂੰ ਨਹੀਂ ਚਾਹੀਦੇ ਇਹੋ ਜਿਹੇ ਬੇਟਾ ਤੇ ਬਹੂ। ਵੈਸੇ ਵੀ ਮੈਂ ਤੈਨੂੰ ਹੁਣ ਆਪਣੀ ਜਾਇਦਾਦ ਤੋਂ ਬੇਦਖਲ ਕਰ ਚੁੱਕਿਆ ਹਾਂ। ਤੇਰਾ ਇਸ ਪਿੰਡ ਵਿੱਚ ਕੁਝ ਵੀ ਨਹੀਂ ਰੱਖਿਆ। ਹੁਣ ਤੂੰ ਆਪਣੇ ਸ਼ਹਿਰ ਵਿੱਚ ਹੀ ਰਹਿ। ਇੱਥੇ ਆਉਣ ਦੀ ਤਕਲੀਫ ਨਾ ਕਰੀਂ। ਤੂੰ ਸ਼ਹਿਰ ਦੇ ਵਿੱਚ ਆਪਣੀ ਪਤਨੀ ਦੇ ਨਾਲ ਪਾਰਟੀਆਂ ਅਤੇ ਤਿਉਹਾਰ ਮਨਾ। ਤਾਂ ਨੀਸ਼ਾ ਇੱਕਦਮ ਬੋਲੀ, ਪਾਪਾ ਇਹ ਤੁਸੀਂ ਕੀ ਕਹਿ ਰਹੇ ਹੋ? ਜ਼ਰੂਰ ਇਹ ਸਭ ਇਸ ਮੰਜੂ ਨੇ ਸਿਖਾਇਆ ਹੋਵੇਗਾ ਤੁਹਾਨੂੰ। ਇਸ ਦੀ ਤਾਂ ਹੁਣ ਖੈਰ ਨਹੀਂ। ਜਿਵੇਂ ਹੀ ਉਹ ਮੰਜੂ ਦੇ ਵੱਲ ਵਧੀ ਤਾਂ ਸੁਰੇਸ਼ ਜੀ ਨੇ ਇੱਕ ਥੱਪੜ ਨੀਸ਼ਾ ਦੇ ਜੜ ਦਿੱਤਾ ਤੇ ਕਿਹਾ ਕਿ ਖਬਰਦਾਰ, ਜੇਕਰ ਇਸ ਨੂੰ ਹੱਥ ਲਗਾਇਆ ਤਾਂ ਅੱਜ ਤੱਕ ਤੂੰ ਮੇਰੀ ਕੋਈ ਸੇਵਾ ਨਹੀਂ ਕੀਤੀ। ਜੋ ਵੀ ਕੀਤੀ ਹੈ ਇਸ ਨੇ ਹੀ ਕੀਤੀ ਹੈ। ਮੇਰੇ ਮਰਨ ਦੇ ਬਾਅਦ ਇਹ ਘਰ, ਇਹ ਸਭ ਕੁਝ ਇਸ ਦਾ ਹੈ। ਤੁਸੀਂ ਮੇਰੇ ਮਰਨ ਉੱਤੇ ਵੀ ਇੱਥੇ ਨਾ ਆਇਓ ਤੇ ਨਾ ਹੀ ਮੇਰਾ ਬੇਟਾ ਮੇਰੀ ਚਿਤਾ ਨੂੰ ਅੱਗ ਦੇਵੇਗਾ। ਪਿੰਡ ਦਾ ਕੋਈ ਵੀ ਬੰਦਾ ਮੇਰੀ ਚਿਤਾ ਨੂੰ ਅੱਗ ਦੇ ਦੇਵੇਗਾ। ਘੱਟ ਤੋਂ ਘੱਟ ਇੱਥੋਂ ਦੇ ਲੋਕਾਂ ਵਿੱਚ ਇਨਸਾਨੀਅਤ ਤਾਂ ਜਿਉਂਦੀ ਹੈ। ਜਾਓ, ਦੋਵੇਂ ਦਫਾ ਹੋ ਜਾਓ ਮੇਰੇ ਘਰ ਤੋਂ ਅਤੇ ਮੁੜ ਕੇ ਕਦੇ ਵੀ ਨਾ ਆਇਓ। ਸੁਰੇਸ਼ ਦੇ ਗੁੱਸੇ ਭਰੇ ਚਿਹਰੇ ਨੂੰ ਦੇਖ ਕੇ ਦੋਨੋਂ ਹੈਰਾਨ ਰਹਿ ਗਏ ਅਤੇ ਮੰਜੂ ਨੇ ਕਿਹਾ ਕਿ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਹਾਂ ਕਿ ਤੁਸੀਂ ਵੱਡੇ ਸਾਹਿਬ ਨੂੰ ਹੋਰ ਪਰੇਸ਼ਾਨ ਨਾ ਕਰੋ ਅਤੇ ਚਲੇ ਜਾਓ ਇੱਥੋਂ। ਤੁਹਾਡੇ ਕਾਰਨ ਉਹਨਾਂ ਨੇ ਖੁਸ਼ ਰਹਿਣਾ ਹੀ ਛੱਡ ਦਿੱਤਾ ਸੀ। ਆਖਿਰ ਉਹ ਦੋਵੇਂ ਵਾਪਸ ਸ਼ਹਿਰ ਮੁੜ ਗਏ ਅਤੇ ਫਿਰ ਦੁਬਾਰਾ ਕਦੀ ਵੀ ਪਿੰਡ ਵਿੱਚ ਨਾ ਆਏ। ਇੱਥੇ ਮੰਜੂ ਅਤੇ ਉਸਦਾ ਪਤੀ ਸੁਰੇਸ਼ ਜੀ ਦੀ ਪੂਰੀ ਸੇਵਾ ਕਰਦੇ ਅਤੇ ਇਮਾਨਦਾਰੀ ਦੇ ਨਾਲ ਉਹਨਾਂ ਦੀਆਂ ਚੀਜ਼ਾਂ ਨੂੰ ਸੰਭਾਲਦੇ। ਫਿਰ ਕੁਝ ਦਿਨਾਂ ਬਾਅਦ ਸੁਰੇਸ਼ ਜੀ ਦੀ ਤਬੀਅਤ ਵਿਗੜਨ ਲੱਗੀ ਅਤੇ ਉਹਨਾਂ ਦੀ ਮੌਤ ਹੋ ਗਈ। ਮੌਤ ਦੀ ਖਬਰ ਮੰਜੂ ਨੇ ਸੁਰੇਸ਼ ਜੀ ਦੇ ਬੇਟੇ ਅਤੇ ਬਹੂ ਨੂੰ ਦਿੱਤੀ, ਪਰ ਉਹ ਦੋਵੇਂ ਉੱਥੇ ਨਾ ਆਏ। ਫਿਰ ਮੰਜੂ ਦੇ ਪਤੀ ਨੇ ਹੀ ਸੁਰੇਸ਼ ਜੀ ਦੀ ਚਿਤਾ ਨੂੰ ਅਗਨੀ ਦਿੱਤੀ। ਸੋ ਦੋਸਤੋ, ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਹਨ? ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਨਾ। ਵੀਡੀਓ ਨੂੰ ਲਾਈਕ ਸ਼ੇਅਰ ਕਰਨਾ। ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਦੀ ਘੰਟੀ ਨੂੰ ਦਬਾਉਣਾ ਨਾ ਭੁੱਲਿਓ। ਧੰਨਵਾਦ ਜੀ।